हाँ जी, थड़ा सियासत दे नाल मैं तुहाडा यार अहमद लतीफ़ ते अज साडा दिल हैगा कि ਇਹ ਜਿਹੜਾ ਸੈਲਾਬ ਆਇਆ ਨਾ ਔਰ ਸੈਲਾਬ ਨੇ ਜੋ ਧੂਆਂ ਕੱਢਿਆ ਸਾਰਿਆਂ ਦਾ ਪੂਰੇ ਪਾਕਿਸਤਾਨ ਦਾ ਤੇ ਅਸੀਂ ਇਤਨੇ ਈਜ਼ੀ ਲਿਆ ਇਸ ਸਾਰੇ ਮਾਮਲੇ ਨੂੰ। ਅੱਜ ਮੇਰੇ ਨਾਲ ਮੇਰੇ ਪੁਰਾਣੇ ਦੋਸਤ ਔਰ ਮਹਾ ਸਾਫੀ ਜਿਹਨੂੰ ਕਹਿੰਦੇ ਨਾ ਸਾਫੀਆਂ ਦੇ ਸਾਫੀ ਅਨੀਫ ਸਾਬਰ ਮੌਜੂਦ ਨੇ ਤੇ ਅੱਜ ਅਸੀਂ ਕਿਉਂਕਿ ਅੱਜ ਸਹਾਫਤ ਜਿਹੜੀ ਹੈ ਨਾ ਉਹ ਗੱਲਾਂ ਦੀ ਹੋ ਗਈ ਹੈ। ਇਹ ਗੱਲਾਂ ਵਾਲੇ ਸਾਫੀ ਨਹੀਂ, ਇਹ ਤਹਿਕੀਕ ਵਾਲੇ ਸਾਫੀ ਨੇ ਪੁਰਾਣੇ ਔਰ ਜਿਹੜੇ ਬੰਦੇ ਬੇਸ ਕਰਕੇ ਨਾ ਜਿਹਨੂੰ ਕਹਿੰਦੇ ਨੇ ਔਰ ਡਾਕੂਮੈਂਟ ਲੈ ਕੇ ਤੇ ਉਸसे ਗੱਲ ਕਰਨ ਵਾਲੇ ਅੱਜ ਕੱਲ ਜੜ ਕਰਨ ਵਾਲੇ ਬਹੁਤ ਹੋ ਗਏ ਨੇ ਸਾਡੇ ਕੋਲ। ਪਰ ਮੈਂ ਸਮਝਣਾ ਕਿ ਇਸ ਦੀ ਕੋਈ ਗੁੰਜਾਇਸ਼ ਨਹੀਂ। ਹੁਣ ਉਹੀ ਬਚੇਗਾ ਜਿਹਦੇ ਕੋਲ ਕੁਝ ਘਰੋਂ ਕੋਈ ਲੈ ਕੇ ਟੁਰੇਗਾ, ਉਹੀ ਹੋਵੇਗਾ। अस्सलाम वालेकुम जी। वालेकुम सलाम। हाँ जी अनीफ साबर साहब, ये ਜਿਹੜਾ ਅਸੀਂ ਗੱਲਾਂ ਕਰਨੀਆਂ ਇੱਕ ਬੜੀ ਸੁਣੀ ਗੱਲ, ਬੜੀ ਕਹਾਵਤ ਹੈ ਤੇ ਤੁਰਕਸ਼ ਹੈਗੀ ਹੈ ਤੇ ਉਹ ਆਦਨ ਜੀ ਇਹ ਜਿਹੜੇ ਅੰਡੇ ਵੱਟੇ ਹੁੰਦੇ ਨੇ ਨਾ ਇਹ ਦਰਿਆ ਦੇ ਅੰਡੇ ਹੁੰਦੇ ਤੇ ਉਹ 100 ਸਾਲ ਬਾਅਦ ਵੀ ਔਰ ਸਾਡੇ ਵੀ ਇੱਥੇ ਕਹਿੰਦੇ ਸੱਪ ਤੇ ਦਰਿਆ ਰਾਹ ਨਹੀਂ ਭੁੱਲਦੇ, 100 ਸਾਲ ਬਾਅਦ ਵੀ ਆਪਣਾ ਰਾਹ ਜਿਹੜਾ ਉਹ ਲੱਭ ਲੈਂਦੇ ਨੇ। ਹੁਣ ਜਿਹੜੀ ਬਹਿਸ ਚੱਲਦੀ ਹੈ ਪਈ ਉਹ ਇਹ ਚੱਲਦੀ ਹੈ ਪਈ ਕਿ ਤੁਸੀਂ ਸਾਰਿਆਂ ਬੰਦਿਆਂ ਰਲ ਕੇ ਦਰਿਆ ਦੀਆਂ ਜ਼ਮੀਨਾਂ ਦਾ ਕੀਤੇ ਕਬਜ਼ਾ ਤੇ ਦਰਿਆ ਆਪਣਾ ਕਬਜ਼ਾ ਛੁਡਾਉਣ ਆ ਗਏ ਨੇ ਤੇ ਵਿੱਚ ਇੱਕ ਕਮ ਜ਼ਰਫ ਦੁਸ਼ਮਣ ਇੰਡੀਆ ਵੀ ਪਿਆ ਹੈ। ਕੀ ਕਹਿੰਦੇ ਹੋ ਤੁਸੀਂ ਤੇ ਇਹਦਾ ਇਲਾਜ ਕੀ ਹੈ? ਜੀ ਅਹਿਮਦ ਲਤੀਫ ਸਾਹਿਬ, ਸਭ ਤੋਂ ਪਹਿਲੀ ਗੱਲ ਇਹ ਜਿਹੜੀ ਤੁਸੀਂ ਬਾਅਦ ਵਿੱਚ ਕੀਤੀ ਹੈ ਕਿ ਇੰਡੀਆ ਆ ਗਿਆ ਵਿੱਚ ਜੀ। ਕਿਆ ਤੁਹਾਨੂੰ ਤੇ ਮੈਨੂੰ ਤੇ ਜਿਹੜੇ ਇਸ ਸਾਰੇ ਸਿਸਟਮ ਨੂੰ ਚਲਾ ਰਹੇ ਨੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਸਾਂ ਇੰਡੀਆ ਦਾ ਮਈ ਦੇ ਵਿੱਚ ਕੀ ਧੂਆਂ ਕੱਢਿਆ ਤੇ ਉਸ ਤੋਂ ਬਾਅਦ ਉਹਨੇ ਸਾਡੇ ਨਾਲ ਦੋਸਤੀ ਕਰਨੀ ਸੀ ਕਾਦੀ ਉਹਨੇ ਤੇ ਉਹ ਦੁਸ਼ਮਣੀ ਉਦੋਂ ਹੀ ਕਹਿਤਾ ਸੀ ਕਿ ਮੈਂ ਹੁਣ ਪਾਣੀ ਦੇ ਥਰੂ ਕੱਢਣੀ ਹੈ। ਉਹਨਾਂ ਐਲਾਨ ਕਰਤਾ ਕਿ ਜਿਹੜਾ ਸਾਡਾ ਤੁਹਾਡਾ ਮੁਆਹਦਾ ਹੋਇਆ ਸੀ ਸਿੰਤਾਸ ਅਸਾਂ ਉਹ ਯਕਤਰਫਾ ਤੌਰ ਤੇ ਮੁਅੱਤਲ ਕਰਤਾ ਹੈ ਤੇ ਅਸਾਂ ਉਮੀਦ ਲਾਈ ਰੱਖੀ ਕਿ ਜੀ ਉਹ ਜਦੋਂ ਪਾਣੀ ਨਿਕਲੇਗਾ ਚਨਾਹ ਵਿੱਚ ਤੇ ਰਾਵੀ ਵਿੱਚ ਤੇ ਸਤਲੁਜ ਵਿੱਚ ਬਿਆਸ ਵਿੱਚ ਤੇ ਉਹ ਸਾਨੂੰ 15 ਦਿਨ ਪਹਿਲਾਂ ਦੱਸੇਗਾ ਕਿ ਜੀ ਪਾਣੀ ਆ ਰਿਹਾ। ਕਿਉਂ ਦੱਸੇਗਾ ਜੀ? ਉਹਨੇ ਕੋਈ ਨਹੀਂ ਸੀ ਦੱਸਣਾ ਔਰ ਉਹ ਆਪਣੀ ਗੱਲ ਤੇ ਪੱਕਾ ਰਿਹਾ ਔਰ ਫਿਰ ਉਸ ਪਾਣੀ ਨੇ ਧੂਆਂ ਕੱਢ ਦਿੱਤਾ। ਦੇਖ ਲਓ ਕੀ ਹੋਇਆ। ਅੱਛਾ, ਤੇ ਫਿਰ ਅੱਜ ਦੇ ਸੈਟੇਲਾਈਟ ਕਮਿਊਨੀਕੇਸ਼ਨ ਦੇ ਦੌਰ ਵਿੱਚ ਕਿਆ ਜਿਹੜੇ ਸਾਡੇ ਜ਼ਿੰਮੇਦਾਰ ਨੇ ਔਰ ਜਿਹੜੇ ਸਾਡੇ ਮੁਤਲਕਾ ਇਦਾਰੇ ਨੇ ਜਿਹੜੇ ਅਰਬਾਂ ਰੁਪਏ ਖਾਂਦੇ ਨੇ ਪਏ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਬਾਰਿਸ਼ ਹੋਈ ਕਿੰਨੀ ਹੈ, ਪਾਣੀ ਕਿੰਨਾ ਆ ਰਿਹਾ ਹੈ, ਕਿਸ ਜਗ੍ਹਾ ਤੇ ਕਿੰਨਾ ਰੁਕਿਆ ਹੈ। ਵਾਹ ਜੀ ਵਾਹ। ਔਰ ਇਹ ਕੋਈ ਰਾਕਟ ਸਾਇੰਸ ਥੋੜੀ ਏ, ਇਹ ਤੇ ਅਸੀਂ ਹੁਣ ਬਹਿ ਜਾਂਦੇ ਆ ਇੱਕ ਕਲਿੱਕ ਤੇ ਸਭ ਆ ਜਾਂਦਾ ਤੇ ਸਿਰਫ AI ਤੇ ਤੁਸੀਂ ਗ੍ਰੋਕ ਨੂੰ ਜਾਂ ਚੈਟ GPT ਨੂੰ ਜਾਂ ਜੈਮਿਨਾਈ ਨੂੰ ਪੁੱਛ ਲਓ, ਉਹ ਤੁਹਾਨੂੰ ਦੱਸ ਦੇਗਾ ਕਿ ਕਿੰਨੀ ਬਾਰਿਸ਼ ਹੋਈ ਹੈ ਮਕਬੂਜ਼ਾ ਕਸ਼ਮੀਰ ਵਿੱਚ, ਕਿੰਨੀ ਬਾਰਿਸ਼ GB ਦੇ ਵਿੱਚ, ਕਸ਼ਮੀਰ ਵਿੱਚ, ਪੋਠਵਾਰ ਵਿੱਚ ਔਰ ਹਜ਼ਾਰੇ ਵਿੱਚ ਹੋਈ ਹੈ ਔਰ ਟੋਟਲ ਕਿੰਨੀ ਹੋਈ ਹੈ, ਕਿਸ ਦਿਨ ਵਿੱਚ ਕਿੰਨੀ ਹੋਈ ਔਰ ਕਿੰਨਾ ਪਾਣੀ ਉਸ ਤੋਂ ਦਰਿਆਵਾਂ ਵਿੱਚ ਆਣਾ ਸੀ। ਬਸ ਸਾਡੀ ਜਿੰਨੀ ਕੁ ਤਿਆਰੀ ਸੀ ਉਸ ਤਿਆਰੀ ਨੇ ਕੀ ਰੁਖ ਇਖਤਿਆਰ ਕੀਤਾ ਉਹ ਮੇਰੇ ਤੇ ਤੁਹਾਡੇ ਸਾਹਮਣੇ ਹੈ। ਦਰਿਆ ਹਮੇਸ਼ਾ ਤੋਂ ਆਪਣਾ ਕਬਜ਼ਾ ਵਾਪਸ ਲੈਣ ਲਈ ਆਂਦੇ ਰਹੇ ਨੇ ਹਮਲਾਵਰ ਹੁੰਦੇ ਰਹੇ ਨੇ, ਲੇਕਿਨ ਅਸੀਂ ਉਸ ਹਮਲੇ ਨੂੰ ਵੀ ਭੁੱਲ ਜਾਂਦੇ ਰਹੇ। ਅਸੀਂ ਉਸ ਹਮਲੇ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਅਸੀਂ ਅੱਜ ਵੀ 150 ਸਾਲ ਪੁਰਾਣਾ ਇਨਫਰਾਸਟ੍ਰਕਚਰ ਜਿਹੜਾ ਗੋਰਿਆਂ ਇੱਥੇ ਬਣਾਇਆ ਸੀ ਉਸ ਇਨਫਰਾਸਟ੍ਰਕਚਰ ਤੇ ਅਸੀਂ ਅੱਜ ਵੀ ਚੱਲ ਰਹੇ ਹਾਂ। ਸਾਡੇ ਕੋਲ ਉਹੀ ਦਰਿਆਵਾਂ ਦੇ ਪੁਲ, ਉਹੀ ਬੈਰਾਜ, ਉਹੀ ਹੈਡਵਰਕਸ, ਉਹੀ ਨਹਿਰਾਂ ਚਲੀਆਂ ਆ ਰਹੀਆਂ। ਵਾਟਰ ਮੈਨੇਜਮੈਂਟ ਕਿੱਥੇ ਹੈ? ਤੁਸੀਂ ਅਹਿਮਦ ਲਤੀਫ ਸਾਹਿਬ ਦੇਖੋ, ਇੱਕ ਸੈਲਾਬਾਂ ਦਾ ਸਿਲਸਿਲਾ ਹੈ ਜਦੋਂ ਅਸੀਂ ਦੇਖਦੇ ਹਾਂ ਨਾ ਤੇ ਇੱਥੇ ਸਿੰਧ ਵਿੱਚ ਜਿਹੜਾ ਸਾਰਿਆਂ ਤੋਂ ਵੱਡਾ ਰਿਕਾਰਡ ਤੇ ਸੈਲਾਬ ਆ ਰਿਹਾ ਹੈ ਨਾ ਉਹ ਕੋਈ 1840 ਦੀ ਦਹਾਈ ਚ ਆਇਆ। ਉਸ ਵੇਲੇ ਗਿਲਗਿਤ ਬਲਤਿਸਤਾਨ ਦੇ ਵਿੱਚ ਇੱਕ ਜਿਹੜੀ ਝੀਲ ਬਣੀ ਸੀ ਨਾਂਗਾ ਪਰਬਤ ਦੇ ਨੀਚੇ, ਉਹ ਝੀਲ ਫਟ ਗਈ ਤੇ ਉਹਦਾ ਪਾਣੀ
ਯਕਦਮ ਦਰਿਆ ਸਿੰਧ ਵਿੱਚ ਆ ਗਿਆ ਤੇ ਉਹਨੇ ਬੇਪਨਾਹ ਤਬਾਹੀ ਲਾਈ ਇੱਥੇ। ਤੇ ਹੁਣ ਅੱਛਾ, ਉਸ ਵੇਲੇ ਕਿਹੜੀ ਮੌਸਮੀਆਤੀ ਤਬਦੀਲੀ ਸੀ? ਕੁਝ ਵੀ ਨਾ। ਉਸ ਵੇਲੇ ਕਿਹੜੀ ਮਾਹੌਲੀਆਤੀ ਤਬਦੀਲੀ ਸੀ? ਉਸ ਵੇਲੇ ਕਿਹੜੀ ਗਲੇਸ਼ੀਅਰ ਮੈਲਟਿੰਗ ਹੋ ਰਹੀ ਸੀ? ਲੇਕਿਨ ਇਹ ਇੱਕ ਜ਼ਮੀਨੀ ਅਮਲ ਹੈ ਜਿਹੜਾ ਸ਼ੁਰੂ ਤੋਂ ਚੱਲਦਾ ਰਿਹਾ ਔਰ ਉਹ ਚੱਲਦਾ ਰਹਿਣਾ ਹੈ। ਹੁਣ ਇਹਦੇ ਵਿੱਚ ਚੀਜ਼ਾਂ ਐਡ ਅਪ ਹੁੰਦੀਆਂ, ਜਮਾ ਹੁੰਦੀਆਂ ਰਹੀਆਂ। ਜਿਹੜਾ ਅਸੀਂ ਗੰਦ ਪਾਇਆ ਇਹਦੇ ਵਿੱਚ ਹੁਣ ਗਲੋਬਲ ਵਾਰਮਿੰਗ ਵੀ ਐਂਟਰ ਹੋ ਗਈ। ਸਾਡਾ ਟੈਂਪਰੇਚਰ, ਇੱਥੇ ਅਸੀਂ ਇਸਲਾਮਾਬਾਦ ਵਿੱਚ ਰਹਿੰਦੇ ਹਾਂ, ਇਸਲਾਮਾਬਾਦ ਵਿੱਚ ਸ਼ੱਕਰਪੜੀਆਂ ਦੇ ਉੱਤੇ ਇੱਕ ਪੁਰਾਣਾ ਕਤਬਾ ਲੱਗਿਆ ਹੈ। ਉਸ ਕਤਬੇ ਦੇ ਉੱਤੇ ਉਹ 1961 ਦਾ ਕਤਬਾ ਹੈ, ਮੇਰਾ ਖਿਆਲ ਹੈ 1960 ਦਾ ਜਾਂ 61 ਦਾ, ਤੇ ਉਸ ਦੇ ਉੱਤੇ ਲਿਖਿਆ ਹੈ ਇਸਲਾਮਾਬਾਦ ਦਾ ਜ਼ਿਆਦਾ ਤੋਂ ਜ਼ਿਆਦਾ ਦਰਜਾ ਹਰਾਰਤ 41 ਸੈਂਟੀਗ੍ਰੇਡ। ਠੀਕ ਹੈ, ਤੁਸੀਂ ਇਸ ਤੋਂ ਬਾਅਦ ਜਾ ਕੇ ਉਹਨੂੰ ਚੈੱਕ ਵੀ ਕਰ ਸਕਦੇ ਹੋ ਕਿ ਉੱਥੇ 41 ਸੈਂਟੀਗ੍ਰੇਡ ਲਿਖਿਆ ਹੈ। ਅੱਜ ਇਸਲਾਮਾਬਾਦ 47-48 ਸੈਂਟੀਗ੍ਰੇਡ ਤੇ ਚਲਾ ਗਿਆ। ਤੇ ਤੁਸੀਂ ਕੀ ਕੀਤਾ? ਬਾਕੀ ਮੁਲਕ ਨੂੰ ਤੁਸੀਂ ਛੱਡ ਹੀ ਦਿਓ, ਅਸੀਂ ਇਸ ਦਾ ਕੀ ਉਪਾਅ ਕੀਤਾ, ਅਸੀਂ ਇਸ ਦਾ ਕੀ ਸੱਦੇਬਾਬ ਕੀਤਾ। ਇਹ ਜਿਹੜੀ ਗਲੋਬਲ ਸਾਡੇ ਕੋਲ ਵਾਰਮਿੰਗ ਹੋ ਰਹੀ ਹੈ ਜੀ, ਅਸੀਂ ਜਾਪਾਨ ਗਏ, ਅਸੀਂ ਚੀਨ ਗਏ, ਇੱਧਰ ਲੋਕ ਡੁੱਬ ਰਹੇ ਨੇ, ਅਸੀਂ ਮੇਕਅਪ ਸਿੱਧਾ ਕਰਾਣੇ। ਉਹ ਜੋ ਮਰਜ਼ੀ ਉਹ ਕਰਦੇ ਰਹੋ ਭਾਈ, ਉਹ ਮੇਕਅਪ ਕਰਨਾ ਮੇਰਾ ਹੱਕ ਵੀ ਹੈ, ਤੁਹਾਡਾ ਵੀ ਹੈ, ਬਾਕੀਆਂ ਦਾ ਵੀ ਹੈ। ਮੇਕਅਪ ਤੁਹਾਡਾ ਜ਼ਾਤੀ ਕੰਮ ਹੈ, ਤੁਹਾਡੀ ਜ਼ਾਤੀ ਹੈਸੀਅਤ ਵਿੱਚ ਕਰਦੇ ਹੋ, ਲੇਕਿਨ ਜਿਹੜੀ ਤੁਹਾਡੀ ਰਿਸਪਾਂਸਿਬਿਲਿਟੀ ਹੈ ਬਤੌਰ ਹੁਕਮਰਾਨ, ਬਤੌਰ ਇਦਾਰਿਆਂ ਦੇ ਸਰਬਰਾਹ, ਬਤੌਰ ਜ਼ਿੰਮੇਦਾਰਾਨ, ਬਤੌਰ ਲੀਡਰਾਨ, ਤੁਸੀਂ ਉਹ ਜ਼ਿੰਮੇਦਾਰੀ ਪੂਰੀ ਕੀਤੀ ਕਿ ਨਹੀਂ ਕੀਤੀ। ਅਸੀਂ ਬਹੁਤ ਤਨਕੀਦ ਕਰਨੀ ਆ, ਮੈਂ ਕਿਸੇ ਦੇ ਹੱਕ 'ਚ ਨਹੀਂ ਗੱਲ ਕਰ ਰਿਹਾ, ਨਾ ਕਿਸੇ ਦੇ ਖਿਲਾਫ ਕਰ ਰਿਹਾ, ਲੇਕਿਨ ਜਿਨ੍ਹਾਂ ਤੇ ਸਭ ਤੋਂ ਬਹੁਤੀ ਤਨਕੀਦ ਕਰਦੇ ਹੋ ਉਹਨਾਂ ਨੇ ਤੇ ਪਿਛਲੇ 2 ਮੌਕੇ ਆਏ, ਦੋਨਾਂ ਦੇ ਵਿੱਚ ਦੁਸ਼ਮਣ ਨੂੰ ਫੜਕਾ ਕੇ ਰੱਖ ਦਿੱਤਾ। ਬਿਲਕੁਲ ਠੀਕ ਹੈ, ਬਿਲਕੁਲ। ਕਿਆ ਸਿਵਲ ਇਦਾਰਿਆਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ? ਤੁਸਾਂ ਇੱਕ ਮਿਨਿਸਟਰੀ ਸੀ ਵਾਟਰ ਐਂਡ ਪਾਵਰ ਦੀ, ਵਾਟਰ ਐਂਡ ਪਾਵਰ ਦੀ ਮਿਨਿਸਟਰੀ, ਤੁਸੀਂ ਕਿਹਾ ਜੀ ਕੰਮ ਬਹੁਤਾ ਢੇਰ ਹੈ, 2 ਮਿਨਿਸਟਰੀਆਂ ਬਣਾਤੀਆਂ। ਵਾਟਰ ਰਿਸੋਰਸਿਸ ਦੀ, ਆਬੀ ਵਸਾਇਲ ਦੀ ਮਿਨਿਸਟਰੀ ਅਲੱਗ ਕਰਤੀ, ਉਹਦਾ ਵਜ਼ੀਰ ਅਲੱਗ, ਉਹਦਾ ਵਜ਼ੀਰੇ ਮਮਲਿਕਤ ਅਲੱਗ, ਉਹਦਾ ਸੈਕਟਰੀ ਅਲੱਗ, ਉਹਦੇ ਐਡੀਸ਼ਨਲ ਸੈਕਟਰੀ ਅਲੱਗ, ਉਹਦੇ ਜ਼ੈਲੀ ਇਦਾਰੇ, 4-4 ਹਜ਼ਾਰ ਸੀਸੀ ਗੱਡੀਆਂ। ਠੀਕ ਹੈ, ਤੇ ਮੈਨੂੰ ਦੱਸੋ, ਸਾਡੇ ਕੋਲ ਇੱਕ ਮੈਕੈਨਿਜ਼ਮ ਸ਼ੁਰੂ ਹੋਇਆ ਇੱਥੇ ਸਾਡੇ ਕੋਲ ਨਾ ਅਹਿਮਦ ਸਾਹਿਬ, ਬੜੇ ਸ਼ਦੀਦ ਸੈਲਾਬ ਆਏ 1953 ਦੇ ਵਿੱਚ ਆਇਆ, 1956 ਦੇ ਵਿੱਚ ਆਇਆ, ਸਾਡੇ ਸਕੂਲ ਦੇ ਜ਼ਮਾਨੇ 'ਚ 1973 ਵਿੱਚ ਤੇ 1976 ਵਿੱਚ ਬੜੇ ਖੌਫਨਾਕ ਸੈਲਾਬ ਆਏ। ਮੈਨੂੰ ਕੌਣ ਦੱਸਿਆ? ਤੁਸੀਂ ਵੀ ਦਰਿਆ ਦੇ ਕੰਢੇ ਤੇ ਰਹਿੰਦੇ ਹੋ ਤੇ ਮੈਂ ਵੀ ਦਰਿਆ ਦੇ ਕੰਢੇ ਤੇ ਰਹਿੰਦਾ, ਤੁਸੀਂ ਕਸੂਰ ਵਾਲੇ ਪਾਸੇ ਗੰਡਾ ਸਿੰਘ ਤੇ ਮੈਂ ਇੱਧਰ ਜੇਲਮ, ਸਾਨੂੰ ਕੌਣ ਦੱਸਿਆ ਅਸੀਂ ਦਰਿਆਵਾਂ ਦੇ ਹਾਣੀ ਆ? ਦੇਖੋ, ਜਿਹੜੇ ਸੈਲਾਬ 1973, 1976, ਫਿਰ 1988 ਦਾ ਸੈਲਾਬ ਬਹੁਤ ਖੌਫਨਾਕ ਆਇਆ, ਫਿਰ 1992 'ਚ ਸੈਲਾਬ ਆਇਆ ਬਹੁਤ ਖੌਫਨਾਕ। ਇਸ ਤਵਾਤਰ ਨਾਲ ਆਉਣ ਵਾਲੇ ਸੈਲਾਬ ਜਿਹੜੇ 4-6 ਸਾਲ ਦੇ ਵਕਫੇ ਨਾਲ ਆਉਂਦੇ ਸੀ, 2010 ਤੋਂ ਬਾਅਦ ਮਾਮੂਲ ਬਣ ਗਏ। 2010, 2012 ਇੰਤਹਾਈ ਖੌਫਨਾਕ ਸੈਲਾਬ ਆਏ ਪਾਕਿਸਤਾਨ ਦੇ ਵਿੱਚ। 2020 ਚ ਆਇਆ, 2022 ਚ ਆਇਆ, ਹੁਣ 2025 ਚ ਇੰਨੀ ਸ਼ਦੀਦ ਬਾਰਿਸ਼ਾਂ, ਇੰਨਾ ਖੌਫਨਾਕ ਸੈਲਾਬ। ਮੈਨੂੰ ਦੱਸੋ ਕਿ ਕਿਆ NDMA ਦਾ ਕੰਮ, ਕਿਆ ਮਹਿਕਮਾ ਮੌਸਮੀਆਤ ਦਾ ਕੰਮ, ਕਿਆ ਰਿਲੀਫ ਦੇ ਬਾਕੀ ਇਦਾਰਿਆਂ ਦਾ ਕੰਮ ਇੱਕ ਪ੍ਰੈਸ ਰਿਲੀਜ਼ ਤੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਤੇ ਸੌ ਰਹੇ ਨੇ? ਅੱਛਾ, ਇੱਕ ਹੋਰ ਗੱਲ ਮੈਂ ਥੋੜੀ ਜਿਹੀ ਕਰਨਾ ਚਾਹਨਾ, ਜ਼ਾਹਿਰ ਹੈ ਤੁਸੀਂ ਇੱਕ ਮੁਹੱਕਕ ਆਦਮੀ ਹੋ, ਬੜਾ ਦੇਖਦੇ ਹੋ। ਸਾਡੇ ਨਾਲ ਮੌਸਮੀਆਤੀ ਇਨਸਾਫ ਕਰਨ ਦੀ ਗੱਲ ਕੀਤੀ ਗਈ ਸੀ ਤੇ ਕੂਫੀ ਅਨਾਨ ਤੇ ਉਹ ਐਸੇ ਲੈਵਲ ਦੇ ਲੋਕ ਆਏ ਤੇ ਰੋਂਦਿਆਂ ਗਏ ਤੇ ਉਹਨਾਂ ਵਾਦਾ ਵੂਦਾ ਕੀਤਾ ਤੇ ਕੁਝ ਉਹ ਕਿੱਧਰ ਗਿਆ ਉਹ ਮੌਸਮੀਆਤੀ ਇਨਸਾਫ? ਅਸੀਂ ਮੌਸਮੀਆਤੀ ਇਨਸਾਫ ਆਪ ਆਪਣੇ ਨਾਲ ਕਰ ਰਹੇ ਹਾਂ ਜੋ ਦੁਨੀਆ ਕਰੇਗੀ। ਨਹੀਂ, ਇਹ ਜਿਹੜਾ ਸਾਰਾ ਕੁਝ ਹੋਇਆ ਹੈ ਇਹ ਸਨਅਤੀ ਮੁਮਾਲਕ ਦਾ ਹੋਇਆ ਨਾ, ਅਸਾਂ ਤੇ ਮਾਹੌਲੀਆਤੀ ਤਗੱਯਰ 'ਚ ਆਪਣਾ ਕਿਰਦਾਰ ਕੋਈ ਨਹੀਂ, ਸਾਡਾ ਥੋੜਾ ਜਿਹਾ ਹੀ ਹੈ। ਲੇਕਿਨ ਜਿਹੜੇ ਵੱਡੇ ਸਨਅਤੀ ਮੁਮਾਲਕ ਹਨ, ਜਿਹੜੇ ਦੁਨੀਆ ਦੀ ਆਲੂਦਗੀ 'ਚ ਇਜ਼ਾਫਾ ਕਰਦੇ ਨੇ, ਧੂਆਂ ਛੋੜਦੇ ਨੇ, ਕੀ ਕਰਦੇ ਨੇ, ਉਹ ਸਾਰਾ ਓਜ਼ੋਨ ਲਹਿਰਾਂ ਸ਼ਹਿਰਾਂ ਬਰਬਾਦ ਕਰ ਦਿੱਤੀਆਂ। ਉਹਨਾਂ ਆਪਣਾ ਹਿੱਸਾ ਪਾਇਆ, ਉਹਨਾਂ ਆਪਣਾ ਹਿੱਸਾ ਪਾਇਆ ਤੇ ਖੁੱਲ ਖਿਲਾ ਕੇ ਪਾਇਆ। ਠੀਕ, ਤੇ ਉਹ ਵੀ ਆਲੂਦਗੀ ਵਿੱਚ ਪਾਇਆ ਤੇ ਅਸਾਂ ਜਿਹੜਾ ਆਪਣਾ ਹਿੱਸਾ, ਉਹ ਜੰਗਲ ਅਸਾਂ ਕੱਟੇ ਕਿ ਅਮਰੀਕਾ ਨੇ ਆ ਕੇ ਕੱਟੇ, ਦਰਿਆਵਾਂ ਤੇ ਕਬਜ਼ੇ ਅਸਾਂ ਕੀਤੇ ਕਿ ਉਹਨਾਂ ਨੇ ਆ ਕੇ ਕੀਤੇ, ਸ਼ਹਿਰੀ ਜ਼ਮੀਨਾਂ ਤੇ
ਸੁਸਾਇਟੀਆਂ ਜ਼ਰੀ ਜ਼ਮੀਨਾਂ ਤੇ ਸੁਸਾਇਟੀਆਂ ਬਣਾ ਕੇ ਜ਼ਰਖੇਜ਼ ਜ਼ਮੀਨਾਂ ਤੇ ਇਹ ਅਸਾਂ ਬਰਬਾਦੀ ਲਈ ਜਾਂ ਉਹਨਾਂ ਨੇ ਲਾਏ ਰਿਵਰ ਫਰੰਟ ਦੇ ਨਾਂ ਤੇ। ਔਰ ਰਿਵਰ ਫਰੰਟ ਦੇ ਨਾਂ ਤੇ ਤੁਸੀਂ ਦੂਜੇ ਮੁਲਕਾਂ ਦੀ ਨਕਲ ਕਰਨ ਟੁਰ ਪਏ ਤੇ ਇਹ ਨਹੀਂ ਵੇਖਿਆ ਉਹਨਾਂ ਨੇ ਦਰਿਆ ਮੈਨੇਜ ਕਿਵੇਂ ਕੀਤੇ। ਦਰਿਆਵਾਂ ਨਾਲ ਕੀ ਕੀਤਾ ਤੇ ਤੁਸੀਂ ਕੀ ਕਰਦੇ ਹੋ? ਕਿਆ ਸਾਡੇ ਏਡੇ ਵੱਡੇ ਸਫਾਰਤਖਾਨੇ ਆ ਲੰਡਨ ਵਿੱਚ, ਪੈਰਿਸ ਵਿੱਚ, ਐਮਸਟਰਡਮ ਦੇ ਵਿੱਚ, ਮਾਸਕੋ ਦੇ ਵਿੱਚ। ਮੈਂ ਇਹ ਉਹਨਾਂ ਸ਼ਹਿਰਾਂ ਦੇ ਨਾਂ ਲਏ ਆ ਜਿਨ੍ਹਾਂ ਸ਼ਹਿਰਾਂ ਦੇ ਅੰਦਰੋਂ ਬਹੁਤ ਵੱਡੇ ਦਰਿਆ ਗੁਜ਼ਰਦੇ ਨੇ ਔਰ ਦੁਨੀਆ ਦਾ ਸ਼ਹਿਰਾਂ ਦੇ ਅੰਦਰ ਸਭ ਤੋਂ ਵੱਡਾ ਨਹਿਰੀ ਨਿਜ਼ਾਮ ਹੈ। ਅੱਛਾ, ਕਿਆ ਉੱਥੇ ਜਿਹੜੇ ਸਾਡੇ ਸਫਾਰਤਕਾਰ ਔਰ ਜਿਹੜੇ ਸਾਡੇ ਮਹਾਨ ਅਫਸਰਾਨ ਪੋਸਟ ਹੋਏ ਪਿਛਲੇ, ਬਾਕੀ ਛੱਡ ਦਿਓ, ਪਿਛਲੇ 15 ਸਾਲ 2010 ਤੋਂ ਜਿਹੜਾ ਇੱਕ ਤਵਾਤਰ ਨਾਲ ਬਾਰਿਸ਼ ਇਹਦਾ ਮੌਸਮੀਆਤੀ ਤਬਦੀਲੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਜਿਹੜੇ ਸੈਲਾਬ ਆ ਰਹੇ ਨੇ ਔਰ ਅਨਈਵਨ ਬਾਰਿਸ਼ਾਂ ਹੋ ਰਹੀਆਂ, ਕਿਆ 2010 ਤੋਂ ਬਾਅਦ ਕਿਸੇ ਨੇ ਉਹਨਾਂ ਦਾ ਮਾਡਲ ਫਾਲੋ ਕੀਤਾ ਹੈ? ਤੁਸੀਂ ਮੈਨੂੰ ਦੱਸੋ ਕਿ ਬਈ ਇਹ ਉੱਥੇ ਦਰਿਆ ਸ਼ਹਿਰਾਂ ਦੇ ਅੰਦਰੋਂ ਗੁਜ਼ਰਦੇ ਨੇ ਨਾ, ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਮੈਨੇਜ ਕੀਤਾ ਕਿ ਉਹ ਦਰਿਆ ਜਿਹੜੇ ਨੇ ਆਪਣੇ ਕੰਢਿਆਂ ਤੋਂ ਬਾਹਰ ਨਹੀਂ ਨਿਕਲਦੇ, ਕਦੇ ਵੀ ਨਹੀਂ ਨਿਕਲੇ। ਕੁਛ ਨਾ ਕੁਛ ਤੇ ਉਹਨਾਂ ਨੇ ਕੀਤਾ ਹੈ। ਸਿਰਿਆਂ ਪਰ ਤੁਸੀਂ ਕੱਸ਼ੀਆਂ 'ਚ ਬਹਿ ਕੇ ਆਪਣੇ ਘਰਾਂ ਨੂੰ ਜਾਂਦੇ ਹੋ। ਹਾਂਜੀ, ਤੁਰਕੀਆ ਨੇ ਕੀਤੀ ਹੈ ਤੇ ਉਹ ਵੀ ਕੱਸ਼ੀਆਂ 'ਚ ਬਹਿ ਕੇ ਜਾਂਦੇ ਨੂੰ ਰਹਿੰਦੇ। ਜਿਹੜੇ ਮੁਲਕ ਸੈਲਾਬ ਤੋਂ ਬਹੁਤ ਜ਼ਿਆਦਾ ਮੁਤਾਸਰ ਸਨ ਉਹਨਾਂ ਦੇ ਵਿੱਚ ਨੀਦਰਲੈਂਡ, ਜਿਹਨੂੰ ਅਸੀਂ ਆਮ ਤੌਰ ਤੇ ਹਾਲੈਂਡ ਕਹਿੰਦੇ ਆ, ਉਹ ਸਭ ਤੋਂ ਜ਼ਿਆਦਾ ਮੁਤਾਸਰ ਸੀ, ਜਿੱਥੇ ਸਮੁੰਦਰ ਦਾ ਪਾਣੀ ਸ਼ਹਿਰਾਂ ਦੇ ਵਿੱਚ ਆ ਵੜਦਾ ਸੀ। ਠੀਕ ਹੈ, ਉਹਨਾਂ ਨੇ ਉੱਥੇ ਇੱਕ ਐਸਾ ਨਹਿਰੀ ਨਿਜ਼ਾਮ ਬਣਾਇਆ। ਉਹਨਾਂ ਸਮੁੰਦਰ ਮੈਨੇਜ ਕਰ ਰਿਹਾ, ਸਾਡੇ ਕੋਲ ਦਰਿਆ ਨਹੀਂ ਹੁੰਦੇ ਪਏ। ਨਹੀਂ, ਉਹ ਦੇਖੋ ਉਹਨਾਂ ਨੇ ਨੈਟਵਰਕ ਬਣਾਇਆ ਕਿ ਉਹਨਾਂ ਨੇ ਪੂਰੇ ਮੁਲਕ ਦੇ ਅੰਦਰ ਨਹਿਰਾਂ ਦਾ ਔਰ ਏਡੀਆਂ ਵੱਡੀਆਂ ਨਹਿਰਾਂ ਦਾ ਜਿਨ੍ਹਾਂ ਦੇ ਅੰਦਰ ਜਹਾਜ਼ ਚੱਲਦੇ ਨੇ। ਬਿਲਕੁਲ, ਠੀਕ ਹੈ, ਉਹ ਇੱਕ ਬਕਾਇਦਾ ਮੁਤਬਾਦਲ ਹੈ ਸੜਕਾਂ ਦਾ। ਬਿਲਕੁਲ, ਸਫ਼ਰ ਦਾ ਮਾਲਬਰਦਾਰੀ ਦਾ ਬਕਾਇਦਾ ਇੱਕ ਮੁਤਬਾਦਲ ਉਹਨਾਂ ਨੂੰ ਆ ਗਿਆ ਕਿ ਉਹਨਾਂ ਦੇ ਆਖਰੀ ਕਿਨਾਰੇ ਤੇ ਮੁਲਕ ਦੇ ਆਖਰੀ ਹਿੱਸੇ 'ਚ ਜਿਹੜੇ ਸ਼ਹਿਰ ਨੇ ਉੱਥੇ ਵੀ ਜਿਹੜਾ ਮਾਲਬਰਦਾਰੀ ਦਾ ਸਮਾਨ ਆਣਾ ਜਾਣਾ ਹੁੰਦਾ ਹੈ, ਉਹ ਜਹਾਜ਼ ਉੱਥੇ ਤੱਕ ਚਲੇ ਜਾਂਦੇ ਨੇ ਮੁਲਕ ਦੇ ਅੰਦਰ ਤੇ ਉੱਥੇ ਲੋਡ ਅਨਲੋਡ ਹੁੰਦੇ ਨੇ। ਹਾਂਜੀ, ਅਸੀਂ ਕਿਆ ਇਹਨਾਂ ਮੁਲਕਾਂ ਤੋਂ ਨਹੀਂ ਸਿੱਖ ਸਕਦੇ ਕਿ ਉਹਨਾਂ ਨੇ ਜਿਹੜੀਆਂ ਇੰਟਰਲਿੰਕਡ ਔਰ ਇੰਟਰਕਨੈਕਟਡ ਨਹਿਰਾਂ ਬਣਾਈਆਂ ਨੇ ਕਿ ਨਹਿਰਾਂ ਸਾਰੀਆਂ ਇੱਕ ਦੂਸਰੇ ਦੇ ਨਾਲ ਇੰਜ ਮੁਨਸਲਿਕ ਨੇ। ਇੱਕ ਜਗ੍ਹਾ ਤੇ ਪਾਣੀ ਚੜ੍ਹਦਾ ਹੈ ਤੇ ਕਿਉਂਕਿ ਪਾਣੀ ਨੇ ਆਪਣੀ ਸਤ੍ਹਾ ਬਰਾਬਰ ਰੱਖਣੀ ਹੈ, ਉਹ ਆਹਿਸਤਾ ਆਹਿਸਤਾ ਦੂਜੀਆਂ ਨਹਿਰਾਂ ਨੂੰ ਵੀ ਥੋੜਾ ਜਿਹਾ ਚੁੱਕਦਾ ਹੈ ਤੇ ਸਾਰਾ ਪਾਣੀ ਉਹਦੇ ਅੰਦਰ ਸਮਾ ਜਾਂਦਾ ਹੈ ਤੇ ਉਹ ਪਾਣੀ ਸ਼ਹਿਰਾਂ ਦੇ ਅੰਦਰ ਨਹੀਂ ਆਉਂਦਾ। ਤੁਸੀਂ ਦੇਖੋ ਕਿ 73 ਦਾ ਸੈਲਾਬ ਆਇਆ, 76 ਦਾ ਸੈਲਾਬ ਆਇਆ, ਪਾਣੀ ਉਸ ਵੇਲੇ ਵੀ ਦਰਿਆਵਾਂ ਦੇ ਵਿੱਚੋਂ ਇਹਦੇ ਚੋਂ ਚਨਾਬ ਚੋਂ 10 ਲੱਖ 11 ਲੱਖ ਕਿਊਸਕ ਗੁਜ਼ਰਿਆ, 12 ਲੱਖ ਵੀ ਗੁਜ਼ਰਿਆ, 14 ਲੱਖ ਵੀ ਗੁਜ਼ਰ ਚੁੱਕਿਆ ਹੈ ਮਾਜ਼ੀ ਦੇ ਵਿੱਚ। ਕਿਆ ਅਸੀਂ ਇਹਨਾਂ ਦਰਿਆਵਾਂ ਦੇ ਉੱਤੇ ਜਿਹੜਾ ਇਨਫਰਾਸਟਰਕਚਰ ਬਣਾਇਆ ਹੈ, ਜਿਹੜੇ ਪੁਲ ਬਣਾਏ, ਜਿਹੜੇ ਹੈਡਵਰਕਸ ਬਣੇ, ਜਿਹੜੇ ਬਿਰਾਜ ਬਣੇ, ਦਰਿਆ 5 ਮੀਲ ਦਾ ਪੁਲ ਅਸਾਂ ਮੀਲ ਦਾ ਬਣਾਇਆ, ਕਿਉਂ ਬਣਾਇਆ? ਇੱਕ ਤਰੀਕਾ ਤੱਕੋ ਜੀ। ਅੱਛਾ, ਉਹਨੂੰ ਛੱਡ ਦਿਓ, ਤੁਸੀਂ ਤੁਹਾਡਾ ਲਾਹੌਰ ਔਰ ਪਿੰਡੀ ਦੇ ਦਰਮਿਆਨ ਰੇਲ ਤੇ ਆਣਾ ਜਾਣਾ ਹੁੰਦਾ ਹੋਣਾ ਅਕਸਰ, ਠੀਕ ਹੈ, ਜਗ੍ਹਾ ਜਗ੍ਹਾ ਤੇ ਪੁਲ ਨੇ, ਜ਼ਰੂਰੀ ਤੌਰ ਤੇ ਵੀ ਗੈਰ ਜ਼ਰੂਰੀ ਤੌਰ ਤੇ ਵੀ। ਰੇਲਵੇ ਲਾਈਨ ਦੇ ਥੱਲੇ ਅੰਗਰੇਜ਼ਾਂ ਪੁਲ ਛੱਡੇ ਸਨ, ਉਹਨਾਂ ਨੂੰ ਪਤਾ ਸੀ ਇੱਥੇ ਬਾਰਿਸ਼ਾਂ ਜ਼ਿਆਦਾ ਹੁੰਦੀਆਂ, ਇੱਥੇ ਨਾਲੇ ਬਹੁਤ ਜ਼ਿਆਦਾ ਹੈ ਔਰ ਨਾਲਿਆਂ ਤੇ ਵੱਡੇ ਪੁਲ ਬਣੇ ਸਨ। ਬਿਲਕੁਲ ਇੰਝ ਹੀ ਹੈ। ਅਸੀਂ ਜਿਹੜਾ ਦਰਿਆ 5 ਮੀਲ ਦੇ ਪਾਟ ਤੇ ਚੱਲ ਰਿਹਾ ਹੈ, ਅਸੀਂ ਉਹਦੇ ਤੇ ਅੱਧੇ ਮੀਲ ਦਾ ਪੁਲ ਬਣਾਣੇ ਆ। ਅੱਛਾ, ਫਿਰ ਉਹ ਵੀ ਇੰਝ ਬਰਾਬਰ ਸਿੱਧਾ, ਉਹਨੂੰ 20 ਫੁੱਟ ਚੁੱਕ ਕੇ ਕਿਉਂ ਨਹੀਂ ਬਣਾਉਂਦੇ? ਤੱਕੋ, ਕੋਈ ਗੱਲ ਕਰੋ ਜੀ। ਜਿੱਥੇ ਵੀ ਸੈਲਾਬ ਆਉਂਦਾ ਹੈ, ਜਦੋਂ ਦਰਿਆ ਚੋਂ ਪਾਣੀ ਰੁਕਦਾ ਹੈ ਨਾ, ਉਹ ਐਕਚੁਅਲੀ ਜਿਹੜੇ ਡੱਕੇ ਲੱਗੇ ਨੇ ਉੱਥੇ ਰੁਕਦਾ, ਉਹਨਾਂ ਦੀ ਵਜ੍ਹਾ ਤੋਂ ਰੁਕਦਾ। ਸਾਡੇ ਪੁਲ ਰੋਕਦੇ ਨੇ, ਸਾਡੇ ਹੈਡਵਰਕਸ ਰੋਕਦੇ ਨੇ, ਸਾਡੀਆਂ ਸੁਸਾਇਟੀਆਂ ਰੋਕਦੀਆਂ ਨੇ, ਉਹ ਡੱਕੇ ਕਲੀਅਰ ਕਰੋ। ਦਰਿਆਵਾਂ ਦੀ ਜਿਹੜੀ ਜ਼ਮੀਨ ਸੀ ਉਹ ਕਿਸੇ ਦੀ ਮਲਕੀਅਤ ਨਹੀਂ ਸੀ, ਨਹੀਂ ਹੁੰਦੀ। ਉਸ ਜ਼ਮੀਨ ਦੀਆਂ ਰਜਿਸਟਰੀਆਂ ਕਿੰਜ ਹੋ ਗਈਆਂ, ਬੁਰਦ ਬਰਾਮਦ ਫਰਮਾ ਰਹੇ ਜੀ, ਸਾਡਾ ਇਹ ਨੰਬਰ ਵਿੱਚ ਖਸਰਾ ਰੁੜ ਗਿਆ। ਉਹ ਖਸਰੇ ਕਿੰਜ ਨਿਕਲ ਆਏ,
ਉੱਥੇ ਰਜਿਸਟਰੀਆਂ ਕਿੰਜ ਹੋ ਗਈਆਂ। ਇਹ ਪੂਰਾ ਮਹਿਕਮਾ ਮਾਲ ਦਾ ਸਿਸਟਮ ਜਿਹੜਾ ਹੈ, ਇਹ ਜਿਹੜੇ ਮਹਾਨ ਕਿਸਮ ਦੇ ਸਾਡੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਅਫਸਰਾਨ ਨੇ, ਜਿਨ੍ਹਾਂ ਦੀ ਹਰ ACR 'ਚ ਲਿਖਿਆ ਜਾਂਦਾ ਹੈ, ਔਰ ਉਹਨਾਂ ਦੀ ਹਰ ACR 'ਚ ਲਿਖਿਆ ਜਾਂਦਾ ਹੈ ਕਿ ਜੀ ਇਹ ਬੜੇ ਜਿਹੜੇ ਨਾ ਇੰਤਹਾਈ ਦਿਆਨਤਦਾਰ ਔਰ ਕਾਨੂੰਨ ਦੇ ਪਾਬੰਦ ਔਰ ਫਲਾਂ ਇਹ ਅਫਸਰਾਨ ਨੇ। ਇਹੀ ਅਫਸਰਾਨ ਜਿਨ੍ਹਾਂ ਨੂੰ ਤੁਸੀਂ ਮੈਡਲ ਦਿੱਤੇ ਆ, ਇਹ ਜ਼ਿਲ੍ਹਿਆਂ ਦੇ ਵਿੱਚ ਵੀ ਤਾਇਨਾਤ ਰਹੇ ਆ, ਇਹ ਡਿਵੈਲਪਮੈਂਟ ਅਥਾਰਟੀਜ਼ ਦੇ ਵੀ ਅਹਿਮ ਅਹੁਦਿਆਂ ਤੇ ਰਹੇ ਆ। ਉਹਨਾਂ ਸ਼ਹਿਰਾਂ ਦੇ ਅੰਦਰ ਇਹਨਾਂ ਦੇ ਦੌਰ ਵਿੱਚ ਜਿਹੜੀ ਲਾ ਕਾਨੂੰਨੀਅਤ ਹੋਈ, ਜਿਹੜੀਆਂ ਹਾਊਸਿੰਗ ਸੁਸਾਇਟੀਆਂ ਬਣ ਗਈਆਂ, ਜਿਹੜੀਆਂ ਦਰਿਆਵਾਂ ਤੇ ਕਬਜ਼ੇ ਹੋ ਗਏ, ਉਹ ਕਿੰਨੇ ਕੀਤੇ ਤੇ ਕਿੰਨੇ ਕਰਾਏ ਤੇ ਕਿਆ ਉਹ ਅਫਸਰਾਨ ਲੋਕ ਜ਼ਿੰਮੇਦਾਰ ਨਹੀਂ ਨੇ? ਪਿੱਛੇ ਲੱਗੇ ਆ ਤੇ ਥੋੜਾ ਉਧਰ ਸਮੁੰਦਰ ਪਾਸੇ ਜਾਓ, ਸੁਣਿਆ ਸਮੁੰਦਰ ਉੱਚਾ ਤੇ ਸ਼ਹਿਰ ਨਹੀਂ ਮੈਂ। ਜੀ ਬਿਲਕੁਲ ਇੰਜ ਤੇ ਉਧਰ ਇੱਕ ਸਮੁੰਦਰ ਹੈ ਤੇ ਇੱਕ ਹੋਰ ਸਮੁੰਦਰ ਹੈ ਜਿਹਦਾ ਨਾਮ ਦਰਿਆਏ ਸਿੰਧ ਹੈ। ਇਹ ਦੋ ਸਮੁੰਦਰਾਂ ਦੇ ਵਿੱਚ ਅਸੀਂ ਰਹਿੰਦੇ ਪਏ ਤੇ ਕਿਉਂ ਕਹਿੰਦੇ ਨੇ ਅਸੀਂ ਬਹਿਰੈਨ ਟਾਈਪ ਦਾ ਨਾ, ਦੋ ਸਮੁੰਦਰਾਂ ਦੇ ਦਰਮਿਆਨ ਜਾ ਕੇ ਅਸੀਂ ਪਲਾਜ਼ੇ ਬਣਾ ਲਏ ਨੇ। ਤੇ ਜ਼ਮੀਨ ਜਿਹੜੀ ਹੈ ਉਹਦਾ ਤੁਸੀਂ ਕਲਚਰ ਕਰਦੇ ਹੋ, ਦੱਸਦੇ ਹੋ ਕਿ ਜ਼ਮੀਨ ਕਿਤਨਾ ਭਾਰ ਚੁੱਕ ਸਕਦੀ ਹੈ, ਤੇ ਤੁਸੀਂ ਉਹ ਜ਼ਮੀਨਾਂ ਜਿਹੜੀਆਂ ਥੱਲੇ ਪਾਣੀ ਚੱਲਦਾ ਪਿਆ ਉਹਨਾਂ ਦੇ ਭਾਰ ਪਾਈ ਜਾ ਰਹੇ ਹੋ, ਭਾਰ ਪਾਈ ਜਾ ਰਹੇ ਹੋ, ਤਾਂ ਬਹਿਣਾ ਨਹੀਂ ਉਹਨੇ। ਇਹ ਜਿਹੜੇ ਕਰਾਚੀ ਦੇ ਵਿੱਚ ਵੀ ਨਾਲੇ ਹੈ ਨਾ, ਜਿਹੜੇ ਹੁਣ ਨਾਲੇ ਬਣ ਗਏ ਨੇ, ਬਲਕਿ ਗੰਦੇ ਨਾਲੇ ਬਣ ਗਏ ਨੇ। ਬਿਲਕੁਲ, ਇਹ ਤੁਸੀਂ ਕਰਾਚੀ ਦੀ ਪੁਰਾਣੀ ਹਿਸਟਰੀ ਪੜ੍ਹੋ, ਉਹ ਇਹ ਕਹਿੰਦੇ ਨੇ ਕਿ ਲਿਆਰੀ ਵੀ ਦਰਿਆ ਸੀ। ਹਾਂ ਬਿਲਕੁਲ ਦਰਿਆ ਸੀ, ਲਿਆਰੀ ਨਦੀ ਉਹਨੂੰ ਕਹਿੰਦੇ। ਹਾਂ ਲਿਆਰੀ ਨਦੀ ਕਹਿੰਦੇ ਸਨ। ਹੱਬ ਨਦੀ ਸੀ, ਹੱਬ ਵੀ ਦਰਿਆ ਸੀ, ਠੀਕ ਹੈ। ਈਵਨ ਗੁਜਰ ਨਾਲਾ ਜਿਹੜਾ ਸਭ ਤੋਂ ਗੰਦਾ ਨਾਲਾ ਡਿਕਲੇਅਰ ਹੋਇਆ ਕਰਾਚੀ ਦੇ ਵਿੱਚ, ਉਹ ਵੀ ਸਾਫ਼ ਪਾਣੀ ਦਾ ਵੱਡਾ ਨਾਲਾ ਸੀ, ਜਿਹੜੀਆਂ ਸਿੰਧ ਵਿੱਚ ਬਾਰਿਸ਼ਾਂ ਹੁੰਦੀਆਂ ਸਨ। ਹਾਂਜੀ ਇਹ ਨਾਲਾ ਲਈ ਜਿਹੜਾ ਹੈ ਇਹ ਇੱਥੇ ਇਸਲਾਮਾਬਾਦ ਦੇ ਅੰਦਰ ਇਸ ਵੇਲੇ ਉਹ ਲੋਕ ਮੌਜੂਦ ਨੇ, ਉਹ ਜ਼ਿੰਦਾ ਨੇ, ਉਹ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ। ਦੇਖੋ ਜਿਹੜੇ ਉਹ ਹੈ ਜਿਹੜੇ ਇਸਲਾਮਾਬਾਦ ਦੇ ਸੈਕਟਰਾਂ ਦੇ ਵਿੱਚੋਂ G6 G7 G8 ਦੇ ਵਿੱਚੋਂ G10 ਦੇ ਵਿੱਚੋਂ ਇਹ ਨਾਲੇ ਗੁਜ਼ਰਦੇ ਆ, ਇਹਨਾਂ ਨਾਲਿਆਂ ਦੇ ਵਿੱਚ ਲੋਕ ਨਹਾਉਂਦੇ ਸਨ। ਇੰਨਾ ਸਾਫ਼ ਪਾਣੀ ਸੀ। ਇਹ ਜਿਹੜਾ ਖਿੱਤਾ ਜਿੱਥੇ ਅਸੀਂ ਹੁਣ ਆ ਕੇ ਆਬਾਦ ਹੋ ਗਏ, ਇਹ ਸਾਰੇ ਦਰਿਆ ਸਨ ਔਰ ਇਹ ਸਾਰੇ ਮਿਲ ਕੇ ਸਮਾਂ ਬਣਾਉਂਦੇ ਸਨ। ਔਰ ਇਹਨੂੰ ਜਿਹੜਾ ਸਿੰਧ ਬਣਾਉਂਦਾ ਸੀ। ਇਹ ਸਮਾਂ ਨੂੰ, ਇਹ ਜਿਹੜੀ ਇਹ ਪਠਵਾਰ ਇਹਨੂੰ ਸਮਾਂ ਵੈਲੀ ਕਹਿੰਦੇ ਸਨ। ਅੱਜ ਵੀ ਇੰਟਰਨੈਟ ਤੇ ਤਾਰੀਖ ਦੇਖ ਸਕਦੇ ਹੋ। ਇਹ ਤੇ ਇੱਥੇ ਤੇ 30-35 ਹਜ਼ਾਰ ਸਾਲ ਪੁਰਾਣੀਆਂ ਉਸ ਜਿਹੜੀਆਂ ਸਟੋਨ ਏਜ ਦੀਆਂ ਚੀਜ਼ਾਂ ਮੌਜੂਦ ਸਨ ਔਰ ਮਿਲੀਆਂ ਨੇ, ਉਹਨਾਂ ਦੀ ਅਸੀਂ ਤਬਾਹੀ ਆਪ ਕਰ ਦਿੱਤੀ। ਅਸੀਂ ਇਹ ਮੌਜੂ ਤੋਂ ਹਟ ਰਹੇ ਹਾਂ, ਲੇਕਿਨ ਵੈਸੇ ਅਸਲੀ ਹੈ ਤੇ ਦਰਿਆ ਹੀ ਹੈ ਨਾ ਸਾਰਾ। ਨਹੀਂ ਉਹਦੇ ਤੇ ਸਾਰਾ ਬਰਬਾਦ ਕਰ ਇਹਦੇ ਤੇ ਫਿਰ ਸਹੀ। ਅਸੀਂ ਸਮਾਂ ਦੇ ਕਿਨਾਰੇ ਤੇ, ਉਸ ਤੋਂ ਬਾਅਦ ਕੋਰੰਗ ਦੇ ਕਿਨਾਰੇ ਤੇ ਕੀ ਕੀਤਾ, ਆਬਾਦੀਆਂ ਬਣਾ ਕੇ ਉਹਦੀ ਬਿਊਟੀਫਿਕੇਸ਼ਨ ਦੇ ਨਾਂ ਤੇ, ਉੱਥੇ ਪਾਰਕ ਬਣਾਉਣ ਦੇ ਨਾਂ ਤੇ, ਉਹਨੂੰ ਜ਼ਮੀਨ ਨੂੰ ਕਾਬਲੇ ਇਸਤੇਮਾਲ ਬਣਾਉਣ ਦੇ ਨਾਂ ਤੇ ਅੰਦਰ ਮਿੱਟੀ ਭਰ ਕੇ ਤੇ ਉੱਤੇ ਅਸੀਂ ਸੁਸਾਇਟੀਆਂ ਬਣਾ ਛੜੀਆਂ ਤੇ ਉਹ ਤੇ ਰੁੜ ਗਈਆਂ ਨਾ, ਤੇ ਉਹਨਾਂ ਨੇ ਰੁੜਨਾ ਹੀ ਹੈ। ਅਸੀਂ ਇਹ ਤੇ ਕਹਿੰਦੇ ਆ ਕਿ ਇਹਨਾਂ ਲੋਕਾਂ ਦੇ ਨਾਲ ਬੜਾ ਜ਼ੁਲਮ ਹੋ ਗਿਆ। ਹਾਂ ਜ਼ੁਲਮ ਉਹਨਾਂ ਲੋਕਾਂ ਨਾਲ ਹੋਇਆ ਜਿਨ੍ਹਾਂ ਨੂੰ ਝੂਠ ਬੋਲ ਕੇ, ਫਰਾਡ ਕਰਕੇ, ਜ਼ਮੀਨਾਂ ਤੇ ਕਬਜ਼ੇ ਕਰਕੇ, ਉੱਥੇ ਪਲਾਟ ਬਣਾ ਕੇ ਤੁਸੀਂ ਵੇਚ ਛੱਡੇ ਤੇ ਲੋਕਾਂ ਨੇ ਆਪਣੀ ਜਮਾ ਪੂੰਜੀ ਸਾਰੀ ਜ਼ਿੰਦਗੀ ਦੀ ਲਾ ਕੇ ਉਹ ਖਰੀਦ ਲਏ। ਜ਼ੁਲਮ ਤੇ ਉਹਨਾਂ ਨਾਲ ਹੋਇਆ। ਇਹ ਨਹੀਂ ਤੱਕਿਆ ਇੱਥੇ ਪਾਣੀ ਲੰਘਦਾ ਸੀ ਜੀ। ਇਹਦੇ ਜ਼ਿੰਮੇਦਾਰ ਤੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਕਬਜ਼ੇ ਕੀਤੇ, ਜਿਨ੍ਹਾਂ ਨੇ ਇਹ ਕਬਜ਼ੇ ਕਰਾਏ, ਜਿਨ੍ਹਾਂ ਨੇ ਇਹ ਸੁਸਾਇਟੀਆਂ ਤੇ ਇਹ ਇਨਕਰੋਚਮੈਂਟ ਮਨਜ਼ੂਰ ਕੀਤੀ। ਚਾਹੇ ਉਹ ਇਸਲਾਮਾਬਾਦ ਪਿੰਡੀ ਦੇ ਅੰਦਰ ਹੈ, ਚਾਹੇ ਲਾਹੌਰ ਦੇ ਅੰਦਰ ਹੈ, ਚਾਹੇ ਗੁਜਰਾਂਵਾਲੇ ਦੇ ਅੰਦਰ ਹੈ, ਭਾਵੇਂ ਫੈਸਲਾਬਾਦ ਹੈ, ਚਾਹੇ ਮੁਲਤਾਨ ਹੈ, ਜਿੱਥੇ ਵੀ ਹੈ, ਉਹ ਜਿੰਨੇ ਉਸ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਨੇ ਉਹ ਲੇਆਊਟ ਪਲਾਨ ਮਨਜ਼ੂਰ ਕੀਤੇ, ਉਹ ਸਾਰੇ ਇਸ ਦੇ ਜ਼ਿੰਮੇਦਾਰ ਨੇ। ਲੇਕਿਨ ਉਹਨਾਂ ਨੂੰ ਪੁੱਛਣ ਵਾਸਤੇ, ਉਹਨਾਂ ਨੂੰ ਅਦਾਲਤ ਵਿੱਚ ਲਿਆਉਣ ਵਾਸਤੇ, ਉਹਨਾਂ ਨੂੰ ਜਵਾਬ ਤਲਬੀ ਕਰਨ ਵਾਸਤੇ ਕੋਈ ਬੰਦਾ ਕੋਈ ਕਦਮ ਨਹੀਂ ਚੁੱਕਦਾ। ਅੱਛਾ ਇਹ ਤੇ ਹੁਣ ਗੱਲ ਅਸਾਂ ਕਰ ਲਈ, ਤੇ ਇਹਦੇ ਨਾਲ ਇੱਕ ਹੋਰ ਸੈਲਾਬ ਵੀ ਹੈਗਾ, ਉਹ ਹੈ ਪੋਲੀਟੀਕਲ ਸੈਲਾਬ। ਉਹ ਸੁਨਾਮੀ ਉਹਨੂੰ ਕਹਿੰਦੇ ਨੇ, ਵੈਸੇ ਉਹ ਲੋਕ ਵੀ ਸੁਨਾਮੀ ਵਾਲੇ ਨੇ। ਉਹ ਜਿਹੜਾ ਅਸਾਂ ਸੈਲਾਬ ਉੱਥੇ ਅਡਿਆਲਾ ਜੇਲ੍ਹ 'ਚ ਰੱਖੇ ਹੈ, ਔਰ ਉਹ ਛਾਲ ਮਾਰ ਕੇ ਤੇ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ, ਤੇ ਸੈਲੂਲਰ ਦੀ ਦੁਨੀਆ ਔਰ ਉਹ ਐਸੀ ਦੁਨੀਆ ਜਿਹਦੀ ਨਾ ਕੋਈ ਹੱਦ ਹੈ ਨਾ ਕੋਈ ਸਰਹੱਦ ਹੈ, ਤੇ ਉੱਥੇ ਅਸੀਂ ਉਹ ਮੁਸ਼ਤਇਲ ਕਰਨੇ ਆ ਤੇ ਇੱਕ ਰੌਲਾ ਪਾ ਦਿੰਦੇ ਆ। ਤੇ ਉਹ ਜਿਹੜਾ ਹੈ ਉਹਦਾ ਕੀ ਕਰਾਂਗੇ? ਨਿਕਲੇਗਾ ਨਹੀਂ ਨਿਕਲੇਗਾ, ਮਰੇਗਾ ਨਹੀਂ ਮਰੇਗਾ, ਜੀ ਪਵੇਗਾ, ਉੱਡ ਜਾਏਗਾ, ਫਲਾਣਾ ਆ ਜਾਏਗਾ।
ਉਹਦਾ ਵੀ ਕੀ ਤੁਸੀਂ ਹਿਸਾਬ ਲਾਇਆ ਇਹ ਸਲਾਬ ਦਾ ਕੀ ਕਰਨਾ? ਅਹਿਮਦ ਲਤੀਫ ਸਾਹਿਬ ਉਸੀ 1990 ਦੀ ਸਿਆਸਤ ਜ਼ਰਾ ਯਾਦ ਕਰੋ, ਵਾਹ, ਜਿਸ ਵੇਲੇ ਇਹ ਗੱਲਾਂ ਹੋਣੀਆਂ ਸ਼ੁਰੂ ਹੋਈਆਂ, ਮਾਈਨਸ ਬੇਨਜ਼ੀਰ, ਇਹ ਤੱਕੋ ਜੀ, ਮਾਈਨਸ ਨਵਾਜ਼ ਸ਼ਰੀਫ, ਹਾਏ ਹਾਏ ਹਾਏ, ਇਹ ਪਲੱਸ ਮਾਈਨਸ ਦੀ ਸਿਆਸਤ ਹੈ। ਤੁਸੀਂ ਦੱਸੋ, ਜਿਸ ਵੇਲੇ ਲੋਕ ਕਹਿੰਦੇ ਸਨ ਨਾ, ਕੋਈ ਬੰਦਾ ਲਿਖ ਦਿੰਦਾ ਸੀ ਜਾਂ ਬੋਲ ਦਿੰਦਾ ਸੀ ਕਿ ਪੀਪਲਸ ਪਾਰਟੀ ਮਾਈਨਸ ਬੇਨਜ਼ੀਰ, ਪਰਵੇਜ਼ ਮੁਸ਼ਰਫ ਦੇ ਦੌਰ ਦੀ ਮੈਂ ਗੱਲ ਕਰਨ ਲੱਗਿਆ, ਜਾਂ ਕਹਿੰਦੇ ਸਨ ਕਿ ਜੀ ਮੁਸਲਿਮ ਲੀਗ ਨੂਨ ਜਿਹੜੀ ਹੈ ਮਾਈਨਸ ਨਵਾਜ਼ ਸ਼ਰੀਫ ਹੋ ਗਈ, ਤੇ ਲੋਕ ਗਰੇਬਾਨ ਨੂੰ ਆ ਪੈਂਦੇ ਸਨ। ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਸੀ, ਕੋਈ ਵੀ ਨਹੀਂ ਮੰਨਦਾ। ਲੇਕਿਨ ਕਿਆ ਇਹ ਹੋਇਆ ਨਹੀਂ? ਇੰਜ ਹੀ ਹੋਇਆ, ਹੋਇਆ ਹੈ ਨਾ। ਪੀਪਲਸ ਪਾਰਟੀ ਮੇਰੇ ਔਰ ਤੁਹਾਡੇ ਔਰ ਇਹਨਾਂ ਲੋਕਾਂ ਦੇ ਸਾਹਮਣੇ ਮਾਈਨਸ ਬੇਨਜ਼ੀਰ ਹੋਈ, ਬਿਲਕੁਲ ਹੋਈ। PMLN ਮੇਰੇ ਔਰ ਤੁਹਾਡੇ ਸਾਹਮਣੇ ਮਾਈਨਸ ਨਵਾਜ਼ ਸ਼ਰੀਫ ਹੋਈ। ਬੀਬੀ ਤੇ ਸ਼ਹੀਦ ਹੋ ਕੇ ਮਰ ਕੇ ਮਾਈਨਸ ਹੋਈ ਨਾ, ਤੇ ਇਹਦੇ ਜਿਉਂਦੇ ਜੀ ਮਾਈਨਸ ਹੋ ਗਏ। ਬਿਲਕੁਲ ਹੋ ਗਿਆ। ਔਰ ਮਾਈਨਸ ਕਰਨ ਵਾਲੇ ਲੋਕ ਵੀ ਮੁਅੱਤਲ, ਬਿਲਕੁਲ ਹਾਂਜੀ। ਅੱਛਾ, ਇਸੇ ਹੀ ਤਰ੍ਹਾਂ ਇਸ ਨੂੰ ਜ਼ਿਹਨ ਵਿੱਚ ਰੱਖੋ ਕਿ PTI ਵੀ ਮਾਈਨਸ ਇਮਰਾਨ ਕੋਈ ਐਡੀ ਅਚੰਭੇ ਦੀ ਗੱਲ ਕੋਈ ਨਹੀਂ। ਅੱਛਾ, ਮੈਂ ਕੱਲ ਗੱਲ ਕੀਤੀ, ਮੈਂ ਕਿਹਾ ਇਹ ਜਿਹੜੇ PTI ਹੈ ਸਿਆਸੀ ਪਾਰਟੀ ਨਹੀਂ, ਫੈਨ ਕਲੱਬ ਹੈਗੀ ਆ। ਉਹ ਨਹੀਂ ਜੀ, ਮੈਂ ਕਿਹਾ ਫੈਨ ਕਲੱਬ ਹੈ ਨਾ। ਅੱਜ ਅੱਲਾ ਨਾ ਕਰੇ ਇਹ ਜ਼ਾਹਿਰ ਹੈ ਬੰਦਾ ਜੀਣਾ ਮਰਨਾ ਤੇ ਨਾਲ ਹੀ ਚੱਲਦਾ ਨਾ। ਹੁਣ ਤੁਸੀਂ ਕਿਤਨੇ ਸਾਲ ਹੋਰ ਜੀਣਾ ਹੈ, ਤੇ ਤੁਸੀਂ ਮਰ ਜਾਓ ਤੇ ਪਿੱਛੇ ਕੀ ਰਹਿ ਜਾਂਦਾ? ਨਹੀਂ, ਦੇਖੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਨਾ, ਇਹਨਾਂ ਦਾ ਮੁਖਤਲਿਫ ਰੋਲ ਹੁੰਦਾ ਹੈ, ਠੀਕ ਹੈ। ਇੱਕ ਚੀਜ਼ ਹੈ ਜਿਨ੍ਹਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਨੇ, ਠੀਕ। ਪੋਲੀਟੀਕਲ ਪਾਰਟੀ ਬਤੌਰ ਪ੍ਰੈਸ਼ਰ ਗਰੁੱਪ ਕੰਮ ਕਰਦੀ ਹੈ, ਠੀਕ ਹੈ। ਤੁਸੀਂ ਕਈ ਪਾਰਟੀਆਂ ਨੂੰ ਦੇਖਿਆ ਜਿਹੜੀਆਂ ਪ੍ਰੈਸ਼ਰ ਗਰੁੱਪ ਨੇ। ਹਾਂ, ਅੱਛਾ, ਕਈ ਪਾਰਟੀਆਂ ਨੇ ਜਿਹੜੀਆਂ ਮਾਹੌਲ ਸਾਜ਼ੀ ਦਾ ਕੰਮ ਕਰਦੀਆਂ ਨੇ। ਉਹ ਪਾਰਟੀਆਂ ਮਾਹੌਲ ਸਾਜ਼ੀ ਦਾ ਕੰਮ ਕਰਦੀਆਂ ਨੇ। ਹਾਂ, ਉਹਨਾਂ ਦਾ ਕੰਮ ਸਿਰਫ ਇਹ ਕਿ ਉਹਨਾਂ ਨੇ ਮਾਹੌਲ ਬਣਾਉਣਾ ਹੈ, ਇਲੈਕਸ਼ਨ ਨਹੀਂ ਲੜਨਾ ਉਹਨਾਂ ਨੇ ਮਾਹੌਲ ਬਣਾਉਣਾ ਹੈ। ਉਹਨਾਂ ਦੀ ਇਹ ਜ਼ਿੰਮੇਵਾਰੀ, ਉਹਨਾਂ ਦੀ ਜ਼ਿੰਮੇਵਾਰੀ ਇੰਨੀ ਕਿ ਠੀਕ ਪਾਰਟੀਆਂ ਬਣਾਉਣ ਵਾਲਿਆਂ ਨੇ ਉਹਨਾਂ ਦਾ ਇੱਕ ਜਿਹਨੂੰ ਕਹਿੰਦੇ ਨਾ ਉਹ ਸਰਕਲ ਸਫੀਅਰ ਜਾਂ ਵੱਡਾ ਮਹਿਮਾਨ ਆਉਣ ਤੋਂ ਪਹਿਲਾਂ ਨਿੱਕੇ ਪਹਿਲਵਾਨ ਜਿਹੜੇ, ਹਾਂ, ਉਹ ਪਹਿਲਵਾਨ ਜਿਹੜੇ ਨੇ ਨਾ, ਉਹ ਮਾਹੌਲ ਨੂੰ ਗਰਮ ਕਰਦੇ ਨੇ ਜ਼ਰਾ। ਉਹ ਕਈ ਪਾਰਟੀਆਂ ਉਹ ਕੰਮ ਕਰਦੀਆਂ, ਠੀਕ। ਅੱਛਾ, ਫਿਰ ਨਵਾਜ਼ ਸ਼ਰੀਫ ਮੌਜੂਦ ਸੀ, ਇਮਰਾਨ ਖਾਨ ਇਕਤਦਾਰ 'ਚ ਆ ਗਿਆ, ਲੇਕਿਨ ਨਵਾਜ਼ ਸ਼ਰੀਫ ਇਮਰਾਨ ਖਾਨ ਦੇ ਉੱਤੇ ਇੱਕ ਥ੍ਰੈਟ ਰਿਹਾ ਹਮੇਸ਼ਾ, ਠੀਕ। ਕਿ ਉਹ ਆਇਆ ਹੀ, ਠੀਕ ਹੈ, ਕਿਤੇ ਆ ਜਾਏਗਾ, ਔਰ ਉਹ ਆ ਗਿਆ। ਕਿਸ ਤਰੀਕੇ ਨਾਲ ਆਇਆ? ਆਪ ਮਾਈਨਸ ਹੋ ਕੇ ਦੂਜੇ ਅੱਗੇ ਕਰਕੇ ਉਹ ਆ ਗਏ, ਠੀਕ ਹੈ। ਇਸੇ ਹੀ ਤਰ੍ਹਾਂ ਕਿਆ ਇਹ ਮੁਮਕਿਨ ਨਹੀਂ ਕਿ ਇਹ ਸਾਰਾ ਇੰਜ ਹੀ ਹੋ ਰਿਹਾ ਹੈ ਕਿ ਉਹਨੂੰ ਵੀ ਬਤੌਰ ਡਰਾਵਾ ਹੀ ਰੱਖਿਆ ਹੈ, ਠੀਕ। ਕਿਉਂ ਆਇਆ ਜੇ ਇੰਜ ਵੈਸੇ ਰੱਖਿਆ ਡਰਾਵਾ ਹੀ, ਔਰ ਉਹ ਹਰ ਚੰਦ ਹਫ਼ਤੇ ਚੰਦ ਮਹੀਨੇ ਬਾਅਦ ਇੱਕ ਐਸੀ ਸ਼ੁਰਲੀ ਛੱਡਦਾ ਹੈ, ਗੇਮ ਦਾ ਹਿੱਸਾ ਹੈਗਾ। ਹਾਂ, ਉਹ ਇੱਕ ਐਸੀ ਚੀਜ਼ ਮਾਰਕੀਟ 'ਚ ਲੈ ਆਉਂਦਾ ਹੈ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਉਹ ਆ ਗਿਆ ਜੀ। ਮਾਹੌਲ ਦੇਖੋ, ਮਾਹੌਲ ਸਾਜ਼ੀ ਹੈ ਪਿਛਲੇ ਹਫ਼ਤੇ ਵੀ ਹੋਈ, ਬੜੀ ਵੱਡੀ, ਬਿਲਕੁਲ ਹੋਈ, ਠੀਕ ਹੈ। ਰੌਲਾ ਪੈ ਗਿਆ ਨਾ, ਉਹਦੇ 'ਚ ਕਿੰਨੇ ਲੋਕਾਂ ਨੇ ਆਪਣਾ ਕੀ ਕਿਰਦਾਰ ਅਦਾ ਕੀਤਾ ਹੈ। ਮੈਨੂੰ ਦੱਸਣ ਦੀ ਜ਼ਰੂਰਤ ਕੋਈ ਨਹੀਂ, ਤੁਹਾਨੂੰ ਸੁਣਨ ਦੀ ਜ਼ਰੂਰਤ ਕੋਈ ਨਹੀਂ। ਹਰ ਸ਼ੈ ਤੁਹਾਡੇ ਮੇਰੇ ਸਾਹਮਣੇ ਵੀ ਹੈ ਤੇ ਸਾਡੇ ਵੇਖਣ ਵਾਲਿਆਂ ਦੇ ਵੀ ਸਾਹਮਣੇ ਹੈ। ਲੇਕਿਨ ਬਾਹਰ ਕਿੱਥੋਂ ਲੋਕਾਂ ਹੋਰ ਨਿਕਲ ਗਿਆ, ਬਾਹਰ ਆ ਗਿਆ, ਕੋਈ ਨਹੀਂ ਕਿੱਥੋਂ ਆਇਆ ਜੀ। ਇਹ ਸਾਡੀ ਮੁਲਾਕਾਤ ਕਰਾ ਲਈ, ਫਿਰ ਭਾਂਜੇ ਫੜ ਲਏ। ਇਹ ਸਾਰਾ ਸਿਲਸਿਲਾ ਚੱਲਦਾ ਰਹਿੰਦਾ ਹੈ। ਆਪਣੇ ਇੱਕ ਤੈਅ ਕਰਦਾ ਰੋਲ ਦੇ अंदर बहुत सारे रहेगा और हजारों जानवर अपनी बोलियां सब बोलकर उड़ जाएंगे। जी बिल्कुल, ये चमन यूं ही रहेगा, ये चमन यूं ही रहेगा और ये उड़ जाएंगे, नए परिंदे आएंगे, आते रहेंगे। पार्टियां अपना नया रोल, अपना नया चेहरा, वो पार्टी जो जुल्फकार अली भुट्टो ने बनाई, जिसको बेनजीर भुट्टो ने चलाया, उसको आसफ अली जरदारी आगे लेके चल रहा है। नए अज़ाइम के साथ, नई मंजिलों के साथ, प्रिंटों के साथ, शर्तिया नया प्रिंट है, ठीक है, मिठे और शर्तिया नया प्रिंट। इसे ही तरह जड़ी पार्टी मोहम्मद खान जुनेजो ने बनाई सी, ਉਹਨੂੰ ਨਵਾਜ਼ ਸ਼ਰੀਫ ਅੱਗੇ ਲੈ ਕੇ ਚੱਲਿਆ
ਤੇ ਹੁਣ ਉਹਨੂੰ ਸ਼ਹਿਬਾਜ਼ ਸ਼ਰੀਫ ਤੇ ਮਰੀਮ ਨਵਾਜ਼ ਆਪਣੇ ਤਰੀਕੇ ਨਾਲ ਆਪਣੀਆਂ ਸ਼ਰਾਇਤ ਤੇ ਆਪਣੇ ਮਾਮਲਾਤ ਦੇ ਨਾਲ ਅੱਗੇ ਲੈ ਕੇ ਚੱਲ ਰਹੇ ਨੇ ਤੇ ਉਹਦੇ ਵਿੱਚ ਕੁਝ ਹੋਰ ਲੋਕਾਂ ਦੀਆਂ ਸ਼ਰਾਇਤ ਵੀ ਸ਼ਾਮਲ ਨੇ। ਹੱਥੇ ਰੱਖਣਾ ਇਹ ਬਾਂਦਰ ਤਮਾਸ਼ਾ ਜਿਹੜਾ ਹੈ ਇਹ ਚੱਲਦਾ ਰਹਿਣਾ ਹੈ, ਡੁਗਡੁਗੀ ਵੱਜਦੀ ਰਹਿਣੀ ਹੈ, ਬਾਂਦਰ ਨੱਚਦੇ ਰਹਿਣੇ ਨੇ ਤੇ ਥੜਾ ਸਿਆਸਤ ਵੀ ਮੁੱਕ ਜਾਣਾ ਹੈ। ਆਪਣੇ ਯਾਰ ਆਪਣੇ ਬੇਲੀ ਅਹਿਮਦ ਲਤੀਫ ਨੂੰ ਦਿਓ ਇਜਾਜ਼ਤਾਂ। ਰੱਬ ਰਾਖਾ।